हेलो एवरीवन, वेलकम यू ऑल इन योर ओन चैनल लर्न एवरीथिंग। सो ਅਸੀਂ ਕਰ ਰਹੇ ਸੀ ਯੂਵੀ ਸਪੈਕਟ੍ਰੋਸਕੋਪੀ। ਬਹੁਤ ਜ਼ਿਆਦਾ ਇੰਪੋਰਟੈਂਟ ਨੈਕਸਟ ਜਿਹੜਾ ਆਪਾਂ ਟੌਪਿਕ ਕਰਨ ਲੱਗੇ ਆ, ਇਹਦੇ ਵਿੱਚੋਂ ਵੀ ਮਾਸਟਰ ਕੇਡਰ ਦੇ ਵਿੱਚ ਜਿਹੜਾ ਕੁਐਸਚਨ ਆ ਉਹ ਦੇਖਣ ਨੂੰ ਮਿਲਿਆ ਹੈਗਾ ਆ। ਠੀਕ ਹੈ, ਸੋ ਹੁਣ ਅਸੀਂ ਉਹ ਕਰਾਂਗੇ। ਵੇਟ, ਹਾਂਜੀ ਦੇਖੋ ਇਹਦੇ ਵਿੱਚ ਜਿਹੜਾ ਸਾਨੂੰ ਕੁਐਸਚਨ ਦੇਖਣ ਨੂੰ ਮਿਲਿਆ ਉਹ ਸੀਗਾ ਬੀਅਰ ਲੈਂਬਰਟ ਲਾਅ 'ਤੇ। ਹੁਣ ਜਿਹਦਾ ਯੂਵੀ ਸਪੈਕਟ੍ਰੋਸਕੋਪੀ ਸਭ ਤੋਂ ਪਹਿਲਾਂ ਹੈ ਕੀ ਆ, ਜਿਹਦੇ ਵਿੱਚ ਐਬਜ਼ੋਰਪਸ਼ਨ ਆਫ ਲਾਈਟ ਹੁੰਦੀ ਆ ਇਨ ਦੀ ਵਿਜ਼ੀਬਲ ਐਂਡ ਅਲਟਰਾਵਾਇਲਟ ਰੀਜ਼ਨ। ਠੀਕ ਹੈ, ਐਬਜ਼ੋਰਪਸ਼ਨ ਆਫ ਲਾਈਟ ਇਨ ਵਿਜ਼ੀਬਲ ਐਂਡ ਅਲਟਰਾਵਾਇਲਟ ਰੀਜ਼ਨ। ਵਿਜ਼ੀਬਲ ਰੀਜ਼ਨ ਹੁੰਦਾ 400 ਤੋਂ 800 ਨੈਨੋਮੀਟਰ ਐਂਡ ਯੂਵੀ 200 ਤੋਂ 400 ਨੈਨੋਮੀਟਰ। ਇਹ ਥੋੜ੍ਹੀਆਂ ਬਹੁਤੀਆਂ ਜਿਹੜੀਆਂ ਰੇਂਜਿਸ ਆ ਵੇਰੀ ਕਰਦੀਆਂ, ਜ਼ਿਆਦਾ ਨਹੀਂ। ਠੀਕ ਹੈ, ਮਤਲਬ ਕਈ ਵਾਰੀ ਇੱਥੋਂ ਥੋੜ੍ਹੀ ਇੱਧਰ ਨੂੰ ਅਤੇ ਥੋੜ੍ਹੀ ਇਸ ਤੋਂ ਅੱਗੇ ਪਿੱਛੇ ਹੋ ਸਕਦੀ ਹੈ ਕਈ ਬੁੱਕਸ ਦੇ ਵਿੱਚ, ਜਾਂ ਠੀਕ ਹੈ ਕਈ ਡਾਟਾ ਤੁਹਾਨੂੰ ਮਿਲੇਗਾ ਜਿੱਥੇ ਬਾਏ ਦਾ ਸਬਸਟਾਂਸ ਅੰਡਰ ਇਨਵੈਸਟੀਗੇਸ਼ਨ ਸਿੰਸ ਦਾ ਐਬਜ਼ੋਰਪਸ਼ਨ ਆਫ ਲਾਈਟ ਇਨਵੋਲਵ ਦਾ ਟ੍ਰਾਂਜੀਸ਼ਨ ਆਫ ਵਨ ਇਲੈਕਟ੍ਰੋਨਿਕ ਐਨਰਜੀ ਲੈਵਲ ਟੂ ਅਨਦਰ। ਹੁਣ ਹੁੰਦਾ ਕੀ ਆ, ਲਾਈਟ ਜਦੋਂ ਐਬਜ਼ੋਰਬ ਹੁੰਦੀ ਆ ਟ੍ਰਾਂਜੀਸ਼ਨ ਹੋ ਜਾਂਦੀ ਹੈ ਇਲੈਕਟ੍ਰੋਨਿਕ ਇੱਕ ਲੈਵਲ ਤੋਂ ਦੂਸਰੇ ਲੈਵਲ ਤੱਕ ਵਿਦਿਨ ਅ ਮੋਲੀਕਿਊਲ। ਤਾਂ ਉੱਥੇ ਜਿਹੜੀ ਸਪੈਕਟ੍ਰੋਸਕੋਪੀ ਉਹਨੂੰ ਕਹਿੰਦੇ ਆਪਾਂ ਇਲੈਕਟ੍ਰੋਨਿਕ ਸਪੈਕਟ੍ਰੋਸਕੋਪੀ। ਇਟ ਵਿਲ ਬੀ ਕੁਆਇਟ ਐਪਰੋਪ੍ਰੀਏਟ ਐਟ ਦਿਸ ਸਟੇਜ ਟੂ ਸਟੱਡੀ ਦਾ ਲਾਅ ਵਿਚ ਗਵਰਨ ਦਾ ਐਬਜ਼ੋਰਪਸ਼ਨ ਆਫ ਲਾਈਟ। ਹੁਣ ਐਬਜ਼ੋਰਪਸ਼ਨ ਆਫ ਲਾਈਟ ਨੂੰ ਜਿਹੜੇ ਲਾਅ ਗਵਰਨ ਕਰਦੇ ਉਹ ਦੇਖਦੇ ਹਾਂ, ਐਬਜ਼ੋਰਪਸ਼ਨ ਲਾਅ, ਬੀਅਰ ਲਾਅ, ਲੈਂਬਰਟ ਲਾਅ ਐਂਡ ਬੀਅਰ ਲੈਂਬਰਟ ਲਾਅ। ਇਹ ਬਹੁਤ ਇੰਪੋਰਟੈਂਟ ਹੈ, ਇਹੀ ਅਸੀਂ ਮੇਨ ਜਿਹੜੇ ਆ ਐਬਜ਼ੋਰਪਸ਼ਨ ਦੇ ਲਾਅ ਜਿਹੜੇ ਆ ਸਟੱਡੀ ਕਰਨੇ ਆ। There are two laws which express respectively relationship between the absorption of light by substance and its molar concentration and the length of path through which the light pass। ਕਿਹਦੇ ਵਿੱਚ ਰਿਲੇਸ਼ਨ ਆ ਦੇਖੋ, ਐਬਜ਼ੋਰਪਸ਼ਨ ਆਫ ਲਾਈਟ ਜਿਹੜੀ ਸਬਸਟਾਂਸ ਨੇ ਐਬਜ਼ੋਰਬ ਕੀਤੀ ਉਹਦੀ ਮੋਲਰ ਕੌਨਸਨਟ੍ਰੇਸ਼ਨ ਅਤੇ ਲੈਂਥ ਆਫ ਦੀ ਪਾਥ ਥਰੂ ਵਿਚ ਲਾਈਟ ਪਾਸ। ਉਸ ਪਾਥ ਦੀ ਲੈਂਥ ਜਿੱਥੋਂ ਦੀ ਲਾਈਟ ਜਿਹੜੀ ਆ ਉਹ ਪਾਸ ਕੀਤੀ ਹੈ। ਕਿਹੜੇ ਮੇਨ ਦੋ ਲੋ ਆ, ਪਹਿਲਾਂ ਦੇ ਬੀਅਰ ਲਾਅ। ਅਕੋਰਡਿੰਗ ਟੂ ਦਿਸ ਲਾਅ ਇਹਨੇ ਕੀ ਕਿਹਾ, ਵੈਨ ਅ ਬੀਮ ਆਫ ਮੋਨੋਕ੍ਰੋਮੈਟਿਕ ਲਾਈਟ ਇਜ਼ ਪਾਸ ਥਰੂ ਸਬਸਟਾਂਸ। ਜਦੋਂ ਇੱਕ ਬੀਮ ਆਫ ਨਾ ਮੋਨੋਕ੍ਰੋਮੈਟਿਕ ਲਾਈਟ ਆਈ ਅਤੇ ਉਹ ਪਾਸ ਕੀਤੀ ਕਿਸੇ ਸਬਸਟਾਂਸ ਦੇ ਵਿੱਚੋਂ, ਡਿਸਪਰਸਡ ਇਨ ਨੋਨ ਐਬਜ਼ੋਰਬਿੰਗ ਸੋਲਵੈਂਟ, ਜਿਹੜੀ ਡਿਸਪਰਸ ਹੋਈ ਇਨ ਦਾ ਨੋਨ ਐਬਜ਼ੋਰਬਿੰਗ ਸੋਲਵੈਂਟ, ਉੱਥੇ ਐਬਜ਼ੋਰਪਸ਼ਨ ਆਫ ਲਾਈਟ ਜਿਹੜੀ ਆ ਨਾ ਉਹ ਕਿਹਦੇ ਡਾਇਰੈਕਟਲੀ ਪ੍ਰਪੋਰਸ਼ਨਲ ਹੋ ਗਈ, ਮੋਲਰ ਕੌਨਸਨਟ੍ਰੇਸ਼ਨ ਆਫ ਐਬਜ਼ੋਰਬਿੰਗ ਸਬਸਟਾਂਸ। ਪਹਿਲਾਂ ਤਾਂ ਨਹੀਂ ਕਿਹਾ, ਬੀਅਰ ਲਾਅ ਨੇ ਕੀ ਕਿਹਾ ਕਿ ਜਿਹੜੀ ਐਬਜ਼ੋਰਪਸ਼ਨ ਆਫ ਲਾਈਟ ਸੀ ਨਾ, ਦੇਖੋ ਦਿਸ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਮੋਲਰ ਕੌਨਸਨਟ੍ਰੇਸ਼ਨ ਆਫ ਐਬਜ਼ੋਰਬਿੰਗ ਸਬਸਟਾਂਸ। ਉਸ ਤੋਂ ਬਾਅਦ ਆਇਆ ਲੈਂਬਰਟ ਲਾਅ। ਲੈਂਬਰਟ ਲਾਅ ਨੇ ਬੋਲਿਆ ਕਿ ਇੱਦਾਂ ਜਦੋਂ ਉਹਨੇ ਵੀ ਇਹੀ ਗੱਲ ਕਹੀ ਕਿ ਜਦੋਂ ਮੋਨੋਕ੍ਰੋਮੈਟਿਕ ਲਾਈਟ ਪਾਸ ਕੀਤੀ ਥਰੂ ਅ ਸਬਸਟਾਂਸ, ਇਹਨੇ ਇਹ ਗੱਲ ਕਹੀ ਕਿ ਜਿਹੜੀ ਐਬਜ਼ੋਰਪਸ਼ਨ ਆਫ ਲਾਈਟ ਆ ਨਾ ਉਹ ਕਿਹਦੇ ਡਾਇਰੈਕਟਲੀ ਪ੍ਰਪੋਰਸ਼ਨਲ ਆ, ਪਾਥ ਲੈਂਥ ਆਫ ਦੀ ਸੈਂਪਲ ਆਫ ਸਬਸਟਾਂਸ। ਬੀਅਰ ਲਾਅ ਨੇ ਬੋਲਿਆ ਕਿ ਉਹ ਜਿਹੜੀ ਐਬਜ਼ੋਰਪਸ਼ਨ ਆਫ ਲਾਈਟ ਕਿਹਦੇ ਡਾਇਰੈਕਟਲੀ ਪ੍ਰਪੋਰਸ਼ਨਲ ਆ, ਕੌਨਸਨਟ੍ਰੇਸ਼ਨ ਆਫ ਐਬਜ਼ੋਰਬਿੰਗ ਸਬਸਟਾਂਸ। ਅਤੇ ਲੈਂਬਰਟ ਨੇ ਇਹ ਬੋਲਿਆ ਕਿ ਜਿਹੜੀ ਇਹ ਵਾਲੀ ਹੈਗੀ ਨਾ ਐਬਜ਼ੋਰਪਸ਼ਨ ਆਫ ਲਾਈਟ ਉਹ ਡਾਇਰੈਕਟਲੀ ਪ੍ਰਪੋਰਸ਼ਨਲ ਹੈਗੀ ਆ ਪਾਥ ਲੈਂਥ ਦੇ। ਕਿਹਦੇ ਪਾਥ ਲੈਂਥ ਕਿਹਦੀ, ਆਫ ਸੈਂਪਲ ਆਫ ਸਬਸਟਾਂਸ। ਓਕੇ, ਇਹ ਦੋ ਗੱਲਾਂ ਹੋਈਆਂ। ਫਿਰ ਬੀਅਰ ਲੈਂਬਰਟ ਲਾਅ ਇਹਨਾਂ ਦੋਨਾਂ ਨੂੰ ਮਿਲਾ ਕੇ ਬਣਿਆ, ਅਸੀਂ ਦੋਨਾਂ ਨੂੰ ਇਕੱਠਾ ਕਰ ਦਈਏ ਤਾਂ ਕੀ ਬਣ ਗਿਆ, ਡਾਇਰੈਕਟਲੀ ਪ੍ਰਪੋਰਸ਼ਨਲ ਟੂ ਸੀ ਐਲ। ਕਿ ਜਿਹੜੀ ਆ ਐਬਜ਼ੋਰਪਸ਼ਨ ਆਫ ਲਾਈਟ ਬਾਈ ਸਬਸਟਾਂਸ ਹੈ ਕਿਸੇ ਪਰਟੀਕੂਲਰ ਵੇਵਲੈਂਥ ਤੇ ਉਹ ਕਿਹਦੇ ਪ੍ਰਪੋਰਸ਼ਨਲ ਆ, ਨੰਬਰ ਆਫ ਮੋਲੀਕਿਊਲ ਆਫ ਸਬਸਟਾਂਸ ਇਨ ਦੀ ਪਾਥ ਆਫ ਲਾਈਟ। ਠੀਕ ਹੈ, ਉਹ ਤੋਂ ਹੀ ਹੋ ਗਿਆ ਨਾ ਆਪਣੇ ਕਿ ਇਹਦੇ 'ਚ ਬੋਲਿਆ ਸੀਗਾ ਇਹਨੇ ਮੋਲਰ ਕੌਨਸਨਟ੍ਰੇਸ਼ਨ, ਸੋ ਉੱਥੇ ਉਹਨੂੰ ਲੈ ਲਿਆ ਨੰਬਰ ਆਫ ਮੋਲੀਕਿਊਲਸ। ਠੀਕ ਆ, ਇਨ ਦਾ ਪਾਥ ਲੈਂਥ ਆਫ ਸਬਸਟਾਂਸ। ਸੋ ਇਹ ਇਹਨਾਂ ਦੋਨਾਂ ਤੋਂ ਮਿਲ ਕੇ ਬਣ ਗਿਆ ਪ੍ਰਪੋਰਸ਼ਨਲਿਟੀ ਹਟਾਉਂਦੇ ਬਰਾਬਰ ਤੇ ਕਾਂਸਟੈਂਟ ਆਉਂਦੇ, ਇੱਥੇ ਕਾਂਸਟੈਂਟ ਆ ਗਿਆ ਐਪਸਾਈਲਨ। ਠੀਕ ਹੈ, ਐਪਸਾਈਲਨ ਇੱਥੇ ਕੀ ਆ, ਐਪਸਾਈਲਨ ਹੈ ਪ੍ਰਪੋਰਸ਼ਨਲਿਟੀ ਕਾਂਸਟੈਂਟ, ਜਿਹਨੂੰ ਆਪਾਂ ਮੋਲਰ ਐਬਜ਼ੋਰਬਿਟੀ ਵੀ ਕਹਿੰਦੇ ਹਾਂ। ਸਮਟਾਈਮ ਰੈਫਰ ਟੂ ਮੋਲਰ ਐਕਸਟੈਂਸ਼ਨ ਕੋਫੀਸ਼ੀਐਂਟ ਜਾਂ ਫਿਰ ਐਕਸਟੈਂਸ਼ਨ ਕੋਫੀਸ਼ੀਐਂਟ ਵੀ ਕਹਿੰਦੇ ਆ। ਆਈ ਨੋਟ ਕੀ ਆ, ਇੰਟੈਂਸਿਟੀ ਆਫ ਇੰਸੀਡੈਂਟ ਲਾਈਟ, ਜਿਹੜੀ ਲਾਈਟ ਆ ਕੇ ਇੰਸੀਡੈਂਟ ਕੀਤੀ ਨਾ ਉਹਦੀ ਇੰਟੈਂਸਿਟੀ। ਆਈ ਕੀ ਆ, ਇੰਟੈਂਸਿਟੀ ਆਫ ਜਿਹੜੀ ਲਾਈਟ ਟਰਾਂਸਮਿਟ ਕਰ ਗਈ ਉਹਦੀ। ਸੀ ਕੌਨਸਨਟ੍ਰੇਸ਼ਨ ਆ ਐਬਜ਼ੋਰਬਿੰਗ ਸਬਸਟਾਂਸ ਦੀ ਮੋਲ ਪਰ ਲੀਟਰ 'ਚ। ਐਲ ਕੀ ਆ, ਪਾਥ ਲੈਂਥ ਜਾਂ ਥਿਕਨੈਸ ਉਸ ਸੈੱਲ ਦੀ ਜਿਹੜਾ ਕੰਟੇਨ ਕਰਦਾ ਪਿਆ ਉਹ ਸੈੱਲ ਸੈਂਪਲ ਨੂੰ। ਇਹ ਵੀ ਪੁੱਛਿਆ ਜਾ ਸਕਦਾ, ਨਿੱਕੀਆਂ ਨਿੱਕੀਆਂ ਚੀਜ਼ਾਂ। ਠੀਕ ਹੈ, ਸੋ ਨੈਕਸਟ ਦੇਖੋ ਇਹਦੇ ਵਿੱਚ ਕੁਛ ਮੇਨ ਪੁਆਇੰਟਸ ਹੈ ਜਿਹਨਾਂ 'ਚ ਕੁਐਸਚਨ ਬਣ ਸਕਦਾ। ਜਿਹੜਾ ਲੌਗ ਆਈ ਨੋਟ ਅਪੋਨ ਆਈ ਹੈ ਨਾ, ਕਈ ਵਾਰੀ ਇਹਨੂੰ ਆਪਟੀਕਲ ਡੈਂਸਿਟੀ ਜਾਂ ਫਿਰ ਐਬਜ਼ੋਰਬੈਂਸ ਵੀ ਕਿਹਾ ਜਾਂਦਾ। ਕੀ ਬੋਲਿਆ ਜਾਂਦਾ, ਆਪਟੀਕਲ ਡੈਂਸਿਟੀ ਜਾਂ ਫਿਰ ਐਬਜ਼ੋਰਬੈਂਸ। ਇਹ ਕੀ ਕਰਦਾ ਮੇਜ਼ਰ, ਐਬਜ਼ੋਰਪਸ਼ਨ ਆਫ ਰੇਡੀਏਸ਼ਨ ਬਾਈ ਸੈਂਪਲ, ਕਿ ਕਿੰਨੀਆਂ ਕਿ ਰੇਡੀਏਸ਼ਨਸ ਐਬਜ਼ੋਰਬ ਕੀਤੀਆਂ ਉਹ ਸੈਂਪਲ ਨੇ। ਤਾਂ ਇਸ ਕਰਕੇ ਇਹਨੂੰ ਫਿਰ ਕੁਛ ਇੱਦਾਂ ਵੀ ਲਿਖਿਆ ਜਾਂਦਾ, ਏ ਬਰਾਬਰ ਲੌਗ ਆਈ ਨੋਟ ਅਪੋਨ ਆਈ ਇਜ਼ ਇਕੁਅਲਸ ਟੂ ਐਪਸਾਈਲਨ ਸੀ ਐਲ। ਇਹ ਕੀ ਹੈ ਤੁਹਾਡੇ ਕੋਲ, ਐਬਜ਼ੋਰਬੈਂਸ, ਜਾਂ ਇਹਨੂੰ ਕਹਿ ਸਕਦੇ ਆਪਟੀਕਲ ਡੈਂਸਿਟੀ। ਕਈ ਵਾਰੀ ਨਾ ਨਾਮ ਹੀ ਪੁੱਛ ਲੈਂਦੇ, ਦਾ ਨਾਮ ਦੱਸ ਦਿਓ। ਅੱਛਾ, ਇਹਦੀਆਂ ਲਿਮੀਟੇਸ਼ਨ ਸੀ, ਹੋ ਸਕਦਾ ਇਸ ਵਾਰੀ ਪੇਪਰ 'ਚੋਂ ਲਿਮੀਟੇਸ਼ਨ ਪੁੱਛ ਲਵੇ। Beer-Lambert law is strictly obeyed when dealing with the UV spectrum of single species।
ਇਹ ਫੋਲੋ ਤਾਂ ਉਦੋਂ ਹੀ ਹੁੰਦਾ ਕਿ ਜਦੋਂ ਤੁਹਾਡਾ ਜਿਹੜਾ ਯੂਵੀ ਸਪੈਕਟਰਮ ਆ ਨਾ ਉਹ ਡੀਲ ਕਰਦਾ, ਅਸੀਂ ਡੀਲ ਕਰਦੇ ਵਿਦ ਯੂਵੀ ਸਪੈਕਟਰ ਆਫ ਸਿੰਗਲ ਸਪੀਸ਼ੀਜ਼ ਲਈ। However, ਜੇ ਇੱਕ ਸੈਂਪਲ ਕੰਟੇਨ ਕਰੇ ਡਿਫਰੈਂਟ ਸਟਰਕਚਰਲ ਫਾਰਮ ਆਫ ਮੋਲੀਕਿਊਲ ਇਨ ਇਕੁਇਲਿਬਰੀਅਮ ਵਿਦ ਈਚ ਅਦਰ ਸੱਚ ਐਜ਼ ਜਿਹਦਾ ਕੀਟੋ ਇਨੋਲ ਟੋਟਮਰਿਜ਼ਮ ਹੁੰਦਾ, ਉੱਥੇ ਲੋ ਵੀ ਨਹੀਂ ਹੋਣਾ। ਇਹ ਸਿਰਫ ਸਿੰਗਲ ਸਪੀਸ਼ੀਜ਼ ਲਈ ਆ। ਯੂਵੀ ਸਪੈਕਟਰ ਆਫ ਸਿੰਗਲ ਸਪੀਸ਼ੀਜ਼ ਕੀਟੋ ਇਨੋਲ ਟੋਟਮਰਿਜ਼ਮ ਦੇ ਵਿੱਚ ਇਹ ਕੀਟੋ ਇਨੋਲ ਫਾਰਮ ਬਣਦੀਆਂ ਹੁੰਦੀਆਂ ਨਾ, ਡਬਲ ਬੌਂਡ OJ 'ਚ OH 'ਚ ਕਨਵਰਟ ਹੋ ਜਾਂਦਾ, ਉਹਦੇ ਵਿੱਚ ਓਬੇ ਨਹੀਂ ਹੋਏਗਾ। ਇਟ ਇਜ਼ ਨੋਟ ਐਪਲੀਕੇਬਲ ਇਫ ਦ ਸੋਲਿਊਟ ਸੈਂਪਲ ਐਂਡ ਸੋਲਵੈਂਟ ਇੰਟਰੈਕਟ ਵਿਦ ਈਚ ਅਦਰ ਟੂ ਫਾਰਮ ਕੰਪਲੈਕਸ। ਜੇ ਸੋਲਿਊਟ ਅਤੇ ਸੋਲਵੈਂਟ ਆਪਸ 'ਚ ਇੰਟਰੈਕਟ ਕਰਕੇ ਕੋਈ ਅਦਰ ਕੰਪਲੈਕਸ ਬਣਾਉਂਦੇ ਆ, ਫਿਰ ਵੀ ਇਹ ਫੇਲ ਹੋ ਜਾਏਗਾ। ਕਦੋਂ ਫੇਲ ਹੋਇਆ ਇਹ? ਜਦੋਂ ਕੀਟੋ ਇਨੋਲ ਟੋਟਮਰਿਜ਼ਮ ਜਾਂ ਫਿਰ ਕਹਿ ਲਓ ਮਤਲਬ ਕਿ ਕੋਈ ਇੱਕ ਇੱਦਾਂ ਦਾ ਸੈਂਪਲ ਹੈਗਾ ਜਿਹਦੇ ਡਿਫਰੈਂਟ ਸਟਰਕਚਰਲ ਫਾਰਮ ਹੈਗੀਆਂ, ਮਤਲਬ ਸਿੰਗਲ ਸਪੀਸ਼ੀਜ਼ ਨਹੀਂ ਹੈਗੀਆਂ, ਉਹ ਉਦੋਂ ਵੀ ਨਹੀਂ ਓਬੇ ਹੋਣਾ। ਜੇ ਸੋਲਵੈਂਟ ਅਤੇ ਸੋਲਿਊਟ ਨੇ ਆਪਸ 'ਚ ਇੰਟਰੈਕਟ ਕਰਕੇ ਕੋਈ ਕੰਪਲੈਕਸ ਬਣਾ ਦਿੱਤਾ, ਫਿਰ ਵੀ ਨਹੀਂ ਹੋਣਾ। ਉਸ ਤੋਂ ਬਾਅਦ ਇੱਕ 'ਚ ਕਨਸੈਪਟ ਆਉਂਦਾ ਮੋਲਰ ਐਬਜ਼ੋਰਬਟਿਵਿਟੀ, ਜਿਹਨੂੰ ਆਪਾਂ ਐਕਸਟੈਂਸ਼ਨ ਕੋਫੀਸ਼ੀਐਂਟ ਜਾਂ ਮੋਲਰ ਐਕਸਟੈਂਸ਼ਨ ਕੋਫੀਸ਼ੀਐਂਟ ਵੀ ਕਹਿੰਦੇ ਆ। ਉੱਥੋਂ ਆਪਾਂ ਵੈਲਿਊ ਕੱਢ ਲਈ, ਕਿਉਂਕਿ ਸਾਡੇ ਕੋਲ log I0/I ਕੀ ਆਇਆ ਸੀ, ਐਪਸਾਈਲਨ C/L, ਐਪਸਾਈਲਨ C × L। ਤਾਂ ਇੱਥੇ ਐਪਸਾਈਲਨ ਕੀ ਆ ਜਾਏਗਾ, CL ਇੱਧਰ ਚਲਾ ਜਾਏਗਾ ਇਹਦੇ ਡਿਵਾਈਡ 'ਚ, ਠੀਕ ਹੈ। ਇਹਨੂੰ ਅਸੀਂ ਐਬਜ਼ੋਰਬੈਂਸ ਵੀ ਕਹਿੰਦੇ ਆ, ਅਤੇ ਉਹਦੇ ਵਟਾ CL ਆ ਗਿਆ। ਸੋ ਇਹ ਵੀ ਕਹਿ ਸਕਦੇ ਨਾ ਕਿ ਇਹ ਪ੍ਰਪੋਰਸ਼ਨੈਲਿਟੀ ਕਾਂਸਟੈਂਟ ਹੈ ਵਿਚ ਰਿਲੇਟ ਦ ਐਬਜ਼ੋਰਬੈਂਸ ਐਟ ਏ ਪਰਟੀਕੂਲਰ ਵੇਵਲੈਂਥ ਟੂ ਦੀ ਕਿਹਦੇ ਨਾਲ, ਮੋਲਰ ਕਨਸਨਟ੍ਰੇਸ਼ਨ ਆਫ ਐਬਜ਼ੋਰਬਿੰਗ ਸਬਸਟਾਂਸ ਐਂਡ ਦ ਲੈਂਥ ਆਫ ਪਾਥ ਲਾਈਟ ਇਨ ਸੈਂਟੀਮੀਟਰ। ਇੱਦਾਂ ਦਾ ਐਕਸਪ੍ਰੈਸ਼ਨ ਹੈਗਾ। ਹੁਣ ਇਹ 'ਚ ਨਾ ਕੁਛ ਪੁਆਇੰਟ ਨੋਟ ਕਰਨ ਵਾਲਾ ਕੀ ਆ, ਐਕਚੁਅਲੀ ਜਿਹੜੀ ਮੋਲਰ ਐਬਜ਼ੋਰਬਟਿਵਿਟੀ ਹੈਗੀ ਹੈ ਨਾ, ਉਹ ਦੱਸਦੀ ਹੈ ਮੇਜ਼ਰ ਆਫ ਇੰਟੈਂਸਿਟੀ ਆਫ ਐਬਜ਼ੋਰਪਸ਼ਨ, ਕਿੰਨੀ ਕੁ ਇੰਟੈਂਸਿਟੀ ਆਫ ਐਬਜ਼ੋਰਪਸ਼ਨ ਹੈਗੀ ਕਿਸੇ ਪਰਟੀਕੂਲਰ ਵੇਵ ਲੈਂਥ 'ਤੇ। ਅਤੇ ਇਹਦੇ ਡਾਇਮੈਂਸ਼ਨ ਹੈਗੇ ਸੈਂਟੀਮੀਟਰ ਸਕੇਅਰ, ਦੇਖੋ ਏਰੀਆ ਸੈਂਟੀਮੀਟਰ ਸਕੇਅਰ, ਇਹ ਪਰ ਮੋਲ ਹੋ ਜਾਣਗੇ। ਬਟ ਦੀਜ਼ ਯੂਨਿਟ ਆਰ ਸੈਲਡਮ ਯੂਜ਼, ਇਹ ਬਹੁਤ ਘੱਟ ਯੂਜ਼ ਹੁੰਦੇ ਆ, ਠੀਕ ਹੈ, ਜ਼ਿਆਦਾ ਨਹੀਂ ਯੂਜ਼ ਕੀਤੇ ਜਾਂਦੇ। ਇਟ ਇਜ਼ ਦ ਕਰੈਕਟਰਿਸਟਿਕਸ ਪ੍ਰੋਪਰਟੀ ਆਫ ਕੰਪਾਊਂਡ ਐਂਡ ਨਾਟ ਇਫੈਕਟਡ ਬਾਏ ਇਟਸ ਕਨਸਨਟ੍ਰੇਸ਼ਨ ਔਰ ਲੈਂਥ ਆਫ ਪਾਥ। ਇਹ ਇਹਨਾਂ ਨਾਲ ਇਫੈਕਟ ਨਹੀਂ ਹੁੰਦੀ, ਇਹਦੀ ਵੈਲਿਊ ਜਿਹੜੀ ਆ ਵੇਰੀ ਕਰਦੀ 0 to 10⁶, ਇਹ ਮੇਨ ਆ, ਇਹ ਆ ਸਕਦਾ, ਠੀਕ ਆ। ਹੁਣ ਇਹ 'ਚੋਂ ਮੇਨ ਇੱਕ ਗੱਲ ਕੀ ਨੋਟ ਕਰਨ ਵਾਲੀ ਆ ਕਿ ਜਿਹੜੀਆਂ ਵੈਲਿਊ ਤੇ 10⁴ ਤੋਂ ਅਬਵ ਹੁੰਦੀਆਂ, ਉਹ ਹੁੰਦੀਆਂ ਹਾਈ ਇੰਟੈਂਸਿਟੀ ਐਬਜ਼ੋਰਪਸ਼ਨ, ਅਤੇ ਜਿਹੜੀਆਂ 10⁴ ਤੋਂ ਨੀਚੇ ਹੁੰਦੀਆਂ ਲੋ ਇੰਟੈਂਸਿਟੀ ਐਬਜ਼ੋਰਪਸ਼ਨ। ਇਹ ਪੇਪਰ 'ਚ ਪੁੱਟ ਕੀਤਾ ਜਾਂਦਾ ਕੁਐਸਚਨ। ਪਹਿਲਾਂ ਤਾਂ ਰੇਂਜ ਕਿੰਨੀ ਆ, 0 to 10⁶, ਤਾਂ ਵਿੱਚ ਲੈ ਲਿਆ 10⁴। ਜਿਹੜੀਆਂ ਇਹ ਤੋਂ ਉੱਪਰ ਵਾਲੀਆਂ ਹੋਣਗੀਆਂ ਉਹ ਹਾਈ ਇੰਟੈਂਸਿਟੀ ਐਬਜ਼ੋਰਪਸ਼ਨ ਸ਼ੋ ਕਰਨਗੀਆਂ, ਜਿਹੜੀਆਂ ਇਹ ਤੋਂ ਘੱਟ ਵਾਲੀਆਂ ਹੋਣਗੀਆਂ ਲੋ ਇੰਟੈਂਸਿਟੀ ਐਬਜ਼ੋਰਪਸ਼ਨ ਸ਼ੋ ਕਰੇਗੀਆਂ। ਉਸ ਤੋਂ ਬਾਅਦ ਹੈਗੀਆਂ ਪਰਸੈਂਟ ਟਰਾਂਸਮਿਸ਼ਨ, I0/I ਰੇਸ਼ੋ ਸੀਗੀ ਇੰਟੈਂਸਿਟੀ ਆਫ ਇੰਸੀਡੈਂਟ ਟੂ ਦੀ ਟਰਾਂਸਮਿਟਡ ਲਾਈਟ, ਹੈ ਨਾ, ਉਹਦੀ ਇੰਟੈਂਸਿਟੀ ਦੀ। ਤੋ ਇਹ ਆ ਗਿਆ ਟਰਾਂਸਮਿਸ਼ਨ, I/I0, ਇਹਨਾਂ ਦੋਨਾਂ ਨੂੰ ਡਿਵਾਈਡ ਕਰ ਦਿਓ, ਟਰਾਂਸਮਿਸ਼ਨ ਦੀ ਇੰਟੈਂਸਿਟੀ ਲਾਈਟ ਦੀ ਅਤੇ ਜਿਹੜੀ ਇੰਸੀਡੈਂਟ ਲਾਈਟ ਸੀ ਉਹਦੀ ਇੰਟੈਂਸਿਟੀ, ਦੋਨਾਂ ਨੂੰ ਡਿਵਾਈਡ ਕਰ ਦਿਓ। ਪਰਸੈਂਟੇਜ ਕਰਨ ਲਈ ਮਲਟੀਪਲਾਈ ਬਾਏ 100 ਕਰ ਸਕਦੇ ਤੁਸੀਂ। ਇੱਕ ਨੂਮੈਰੀਕਲ ਹੈ, ਦੇਖ ਲਓ।